वाहिगुरू जी का खालसा वाहिगुरू जी की फतेह। मेरा नाम है रवनीत कौर ते मैं करनी हाँ गल्लां बातां टैक्नोलॉजी के बारे। हुण गाइस मैं कुछ हफ्तिਆਂ ਤੋਂ ਬਿਟਕੋਇਨ ਕਰੰਸੀ ਦੇ ਉੱਤੇ ਇਨਫੋਰਮੇਸ਼ਨ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ। ਜੇ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜੁੜੇ ਹੋਏ ਹੋ ਤੇ ਮੈਂ ਰੋਜ਼ ਸਟੋਰੀਜ਼ ਪਾਉਂਦੀ ਹਾਂ, ਕੁਐਸਚਨਸ ਪੁੱਛਣੀ ਆ ਤੁਹਾਨੂੰ ਤੇ ਹੁਣ ਮੈਨੂੰ ਬਹੁਤ ਕੁਐਸਚਨਸ ਆਉਣੇ ਸ਼ੁਰੂ ਹੋ ਗਏ ਨੇ which is amazing। ਤੇ ਲੋਕਾਂ ਦਾ ਹੁਣ ਧਿਆਨ ਬਿਟਕੋਇਨ ਦੇ ਵੱਲ ਫਿਰ ਤੋਂ ਜਾਣਾ ਸ਼ੁਰੂ ਹੋ ਗਿਆ ਹੈ ਤੇ ਮੈਨੂੰ ਕੁਐਸਚਨਸ ਆ ਰਹੇ ਨੇ ਕਿ ਕਿਵੇਂ ਅਸੀਂ ਬਿਟਕੋਇਨ ਖਰੀਦ ਸਕਦੇ ਨੇ which is amazing, it's a really good question। ਤੇ ਉਹ ਤੋਂ ਵੀ ਜਿਹੜਾ ਆਈ ਗੈਸ ਇੰਪੋਰਟੈਂਟ ਕੁਐਸਚਨ ਹੈ that is ਕਿ when is a good timing ਕਿ ਅਸੀਂ ਬਿਟਕੋਇਨ ਦੇ ਵਿੱਚ ਕਦੋਂ ਐਂਟਰ ਕਰੀਏ, ਵੇਚਣ ਲਈ ਜਾਂ ਖਰੀਦਣ ਲਈ। ਫੋਰ ਐਗਜ਼ਾਮਪਲ ਜੇ ਹੁਣ ਬਿਟਕੋਇਨ ਦਾ ਪ੍ਰਾਈਸ ਜਾ ਰਿਹਾ ਤੇ ਇਟ ਡਜ਼ਨਟ ਮੇਕ ਸੈਂਸ ਕਿ ਜਿਵੇਂ ਇੱਕਦਮ ਉੱਤੇ ਜਾ ਰਿਹਾ ਤੇ ਤੁਸੀਂ ਉਹਦੇ ਇੱਕਦਮ ਪੀਕ 'ਤੇ ਖਰੀਦ ਰਹੇ ਹੋ, ਜੋ 2017 ਵਿੱਚ ਬਹੁਤ ਸਾਰੇ ਲੋਕਾਂ ਨੇ ਕੀਤਾ ਸੀ। ਜਦੋਂ ਇੱਕ ਬਿਟਕੋਇਨ 20,000 USD ਦਾ ਹੋ ਗਿਆ ਸੀ, ਬਹੁਤ ਸਾਰੇ ਲੋਕਾਂ ਨੇ ਐਂਟਰੀ 17,000 18,000 19,000 ਦੀ ਕੀਤੀ। ਤੇ ਹੁਣ ਜੇ ਤੁਸੀਂ ਸੋਚੋ ਕਿ ਉਦੋਂ ਤੋਂ 2017 ਤੋਂ ਬਿਟਕੋਇਨ ਉਹ ਵੈਲਿਊ 'ਤੇ ਨਹੀਂ ਗਿਆ, ਉਹ ਮੈਕਸੀਮਮ ਆਈ ਥਿੰਕ 14,000 USD 'ਤੇ ਗਿਆ ਸੀ ਸਿੰਸ ਦੈਨ। ਤੇ ਬਹੁਤ ਸਾਰੇ ਲੋਕ ਉਹ ਸੇਮ ਮਿਸਟੇਕ ਨਹੀਂ ਕਰਨਾ ਚਾਹੁੰਦੇ ਕਿ ਤੁਸੀਂ ਜਦੋਂ ਵੱਧ ਰਿਹਾ ਉਦੋਂ ਖਰੀਦੋ ਤੇ ਫਿਰ ਉੱਥੇ ਹੀ ਪ੍ਰਾਈਸ ਨੂੰ ਲੈ ਕੇ ਫਸ ਜਾਓ ਜਿਹੜਾ ਤੁਸੀਂ ਨਾ ਮਹਿੰਗੇ ਪ੍ਰਾਈਸ 'ਤੇ ਖਰੀਦਿਆ ਸੀ। ਤੇ ਮੈਂ ਤੁਹਾਡੇ ਨਾਲ ਦੋ ਮੈਟ੍ਰਿਕਸ ਸਾਂਝੀ ਕਰਨਾ ਚਾਹੁੰਦੀ ਹਾਂ ਜਿਹੜੇ ਕ੍ਰਿਪਟੋ ਟ੍ਰੇਡਰਸ ਤੇ ਸਟਾਕ ਟ੍ਰੇਡਰਸ ਯੂਜ਼ ਕਰਦੇ ਨੇ। ਤੇ ਗਾਇਜ਼ ਇਹ ਜਿਹੜੇ ਦੋ ਮੈਟ੍ਰਿਕਸ ਨੇ ਇਹ ਫਸਟ ਇੰਡੀਕੇਸ਼ਨ ਦਿੰਦੇ ਨੇ ਕ੍ਰਿਪਟੋ ਟ੍ਰੇਡਰਸ ਨੂੰ ਕਿ ਹਾਂ ਇਹ ਸਮਾਂ ਚੰਗਾ ਹੈ ਖਰੀਦਣ ਲਈ ਜਾਂ ਇਹ ਸਮਾਂ ਚੰਗਾ ਹੈ ਵੇਚਣ ਲਈ। ਤੇ ਕ੍ਰਿਪਟੋ ਟ੍ਰੇਡਰਸ ਸਟਾਕ ਟ੍ਰੇਡਰਸ ਸਾਰੇ ਸੇਮ ਟੈਕਨੀਕਸ ਹੀ ਯੂਜ਼ ਕਰਦੇ ਨੇ ਬੇਸਿਕਲੀ। ਤੇ ਜਿਹੜੀਆਂ ਮੈਂ ਤੁਹਾਡੇ ਨਾਲ ਦੋ ਮੈਟ੍ਰਿਕਸ ਡਿਸਕਸ ਕਰਨਾ ਚਾਹੁੰਦੀ ਹਾਂ, the first one is called support level ਤੇ second one is called resistance level। ठीक है, ਤੇ two very very important metrics। in fact these are the first main ਦੋ ਚੀਜ਼ਾਂ ਚੈੱਕ ਪਹਿਲਾਂ ਸਭ ਤੋਂ ਪਹਿਲਾਂ ਕ੍ਰਿਪਟੋ ਟ੍ਰੇਡਰਸ ਚੈੱਕ ਕਰਦੇ ਨੇ to understand ਕਿ ਹੁਣ ਗੁੱਡ ਟਾਈਮਿੰਗ ਹੈਗੀ ਹੈ ਜਾਂ ਨਹੀਂ। ਤੇ ਜੇ ਹੁਣ ਅਸੀਂ ਗੱਲ ਕਰਨੇ ਸਪੋਰਟ ਲੈਵਲ ਦੀ, what is support level? ਸਪੋਰਟ ਲੈਵਲ ਬੇਸਿਕਲੀ ਹੋਇਆ ਕਿ ਇਹ ਪ੍ਰਾਈਸ ਪੁਆਇੰਟ ਦੇ ਥੱਲੇ ਬਿਟਕੋਇਨ ਮੋਸਟ ਲਾਈਕਲੀ ਨਹੀਂ ਡਿੱਗਣਾ ਚਾਹੀਦਾ, ਇਹਦੀ ਸਪੋਰਟ ਇਹ ਲੈਵਲ 'ਤੇ ਬਣੀ ਹੋਈ ਹੈ। ਠੀਕ ਹੈ, ਤੇ ਜਿਵੇਂ ਜਿਵੇਂ ਬਿਟਕੋਇਨ ਦਾ ਪ੍ਰਾਈਸ ਚੇਂਜ ਹੁੰਦਾ ਹੈ ਉੱਦਾਂ ਸਪੋਰਟ ਲੈਵਲ ਤੇ ਰੈਜ਼ਿਸਟੈਂਸ ਲੈਵਲ ਚੇਂਜ ਹੁੰਦੇ ਨੇ। ਹੁਣ ਭਾਵੇਂ ਰੈਜ਼ਿਸਟੈਂਸ ਲੈਵਲ ਹੈ ਭਾਵੇਂ ਸਪੋਰਟ ਲੈਵਲ ਹੈ, ਦ ਵੇ ਟ੍ਰੇਡਰਸ ਇਹ ਕੈਲਕੂਲੇਟ ਕਰਦੇ ਨੇ ਇਹ ਹਿਸਟੋਰੀਕਲ ਡੇਟਾ ਵਹਿੰਦੇ ਨੇ ਕਿ ਜੇ ਅਗਸਤ ਵਿੱਚ ਇਸ ਸਾਲ ਅਗਸਤ ਵਿੱਚ 2019 ਨੂੰ ਕੀ ਰੈਜ਼ਿਸਟੈਂਸ ਲੈਵਲ ਸੀ ਤੇ ਸਪੋਰਟ ਲੈਵਲ ਸੀ, 2018 ਵਿੱਚ ਕੀ ਸੀ, 2017 ਵਿੱਚ ਕੀ ਸੀ। ਜਦੋਂ 2017 ਦਾ ਇੰਨਾ ਵੱਡਾ ਬੂਮ ਹੋਇਆ ਜਦੋਂ 20,000 USD ਦਾ ਇੱਕ ਬਿਟਕੋਇਨ ਹੋ ਗਿਆ, ਉਹਦੇ ਵਿੱਚੋਂ ਬੜੇ ਸਟੈਟਿਸਟਿਕਸ ਮਿਲੇ ਨੇ ਹੁਣ ਕ੍ਰਿਪਟੋ ਟ੍ਰੇਡਰਸ ਨੂੰ ਕਿ ਜੇ ਇਹ ਪ੍ਰਾਈਸ ਪੁਆਇੰਟ ਕ੍ਰੋਸ ਕਰ ਜੇ ਜਾਂ ਇਹ ਪ੍ਰਾਈਸ ਪੁਆਇੰਟ ਤੇ ਥੱਲੇ ਡਿੱਗੇ ਤੇ ਦੈਟ ਮੀਨਸ ਕਿ ਅਸੀਂ ਫਿਰ ਤੋਂ ਬੁਲ ਰਨ ਦੇ ਵਿੱਚ ਸ਼ਾਮਿਲ ਹੋ ਗਏ ਹਾਂ। ਮਤਲਬ ਕਿ ਫਿਰ ਬਿਟਕੋਇਨ ਦਾ ਪ੍ਰਾਈਸ ਇੱਕਦਮ ਜਿਵੇਂ ਲਾਸਟ ਟਾਈਮ ਵਧਿਆ ਸੀ ਇਹਦਾ ਫਿਰ ਤੋਂ ਵੱਧ ਸਕਦਾ ਹੈ। ਤੇ ਉਹ ਪ੍ਰਾਈਸ ਪੁਆਇੰਟਸ ਉਹਨਾਂ ਨੇ ਕੱਢੇ ਹੋਏ ਨੇ, ਉਹਨਾਂ ਨੂੰ ਪਤਾ ਹੈ ਕਿਉਂਕਿ ਪਹਿਲਾਂ ਵੀ ਬਿਟਕੋਇਨ ਇੱਕ ਵਾਰ ਜਾ ਚੁੱਕਿਆ ਹੈ ਨਿਊ 'ਤੇ। ਤੇ ਸਪੋਰਟ ਲੈਵਲ ਹੋਇਆ ਕਿ ਇਸ ਪ੍ਰਾਈਸ ਪੁਆਇੰਟ ਤੋਂ ਥੱਲੇ ਸਪੈਕੂਲੇਟ ਕੀਤਾ ਜਾਂਦਾ ਕਿ ਬਿਟਕੋਇਨ ਦੀ ਕੀਮਤ ਨਹੀਂ ਡਿੱਗਣੀ ਚਾਹੀਦੀ, ਇੱਥੇ ਤੱਕ ਇਹਦੀ ਸਪੋਰਟ ਬਣੀ ਹੋਈ ਹੈ। ਤੇ ਰੈਜ਼ਿਸਟੈਂਸ ਲੈਵਲ ਮੀਨਿੰਗ ਕਿ ਇਹ ਸਪੈਸੀਫਿਕ ਜਿਹੜਾ ਕੋਈ ਪ੍ਰਾਈਸ ਪੁਆਇੰਟ ਹੈਗਾ, ਜਿਹੜਾ ਰੈਜ਼ਿਸਟੈਂਸ ਲੈਵਲ ਦਾ ਪ੍ਰਾਈਸ ਪੁਆਇੰਟ ਹੈਗਾ, ਉੱਥੇ ਬਹੁਤ ਮੁਸ਼ਕਿਲ ਆਉਂਦੀ ਹੈ ਬਿਟਕੋਇਨ ਨੂੰ। ਠੀਕ ਹੈ, ਤੇ ਜਦੋਂ ਵੀ ਉਹ ਪ੍ਰਾਈਸ ਪੁਆਇੰਟ 'ਤੇ ਪਹੁੰਚਦਾ ਹੈ ਤੇ ਜਾਂ ਅਰਾਊਂਡ ਦੈਟ ਪ੍ਰਾਈਸ ਪੁਆਇੰਟ ਸਟਰਗਲ ਕਰਦਾ ਹੈ। ਜਿਵੇਂ ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਸੀ ਕਿ ਬਿਟਕੋਇਨ ਪਿਛਲੇ ਇੱਕ ਸਾਲ ਦੇ ਵਿੱਚ 9,000 ਤੋਂ 10,000 ਦੀ ਰੇਂਜ ਦੇ ਵਿੱਚ ਹੀ ਉੱਥੇ ਸੂਈ ਅਟਕੀ ਹੋਈ ਹੈ। ਠੀਕ ਹੈ, ਤੇ ਇੱਕ ਸਾਲ ਤੋਂ ਜਿਹੜੀ ਰੈਜ਼ਿਸਟੈਂਸ ਲੈਵਲ ਬਣੀ ਹੋਈ ਹੈ, ਆਈ ਐਮ ਨਾਟ ਸ਼ੋਰ ਜੇ ਇੱਕ ਸਾਲ ਜਾਂ 2017 ਤੋਂ, ਪਰ ਜਿਹੜਾ ਰੈਜ਼ਿਸਟੈਂਸ ਲੈਵਲ ਦਾ ਪ੍ਰਾਈਸ ਪੁਆਇੰਟ ਹੈਗਾ ਉਹ ਹੈਗਾ 10,500 USD। ਤੇ ਉਹਦਾ ਮਤਲਬ ਹੈ ਕਿ ਜਦੋਂ ਵੀ ਇਹ ਪ੍ਰਾਈਸ ਪੁਆਇੰਟ ਦੇ ਕੋਲ ਪਹੁੰਚਦੀ ਹੈ ਬਿਟਕੋਇਨ ਜਾਂ ਉਹਨੂੰ ਕ੍ਰੋਸ ਕਰਦੀ ਹੈ ਤੇ ਬਹੁਤ ਸਟਰਗਲ ਕਰਦੀ ਹੈ, ਪੋਜੀਸ਼ਨ ਨਹੀਂ ਮੇਨਟੇਨ ਕਰ ਪਾਉਂਦੀ ਤੇ ਇੱਕਦਮ ਥੱਲੇ ਹੋ ਜਾਂਦੀ ਹੈ। ਉੱਥੇ ਉਹਦੀ ਇੰਨੀ ਮਾਰਕੀਟ ਕੈਪ ਇੰਨੀ ਸਟਰੋਂਗ ਨਹੀਂ ਬਣੀ ਹੈ ਉੱਥੇ, ਰਾਈਟ। ਸੋ
two different metrics, support level ਤੇ resistance level. सो गाइज ਹੁਣ ਮੈਂ ਕੀ ਕਰਨਾ ਚਾਹੁੰਦੀ ਹਾਂ ਕਿ ਆਪਣੀ ਸਕਰੀਨ ਤੁਹਾਡੇ ਨਾਲ ਸ਼ੇਅਰ ਕਰਕੇ ਮੈਂ ਤੁਹਾਨੂੰ ਲਾਈਵ ਗ੍ਰਾਫ ਦੇ ਵਿੱਚ ਬਿਟਕੋਇਨ ਦੇ ਲਾਈਵ ਚਾਰਟ ਦੇ ਵਿੱਚ ਤੁਹਾਨੂੰ ਪ੍ਰੈਜ਼ੈਂਟ ਦੇ ਵਿੱਚ ਜਿਹੜੇ ਰੈਜ਼ਿਸਟੈਂਸ ਲੈਵਲ ਨੇ ਤੇ ਸਪੋਰਟ ਲੈਵਲ ਉਹ ਮੈਂ ਤੁਹਾਨੂੰ ਵਿਖਾਉਣਾ ਚਾਹੁੰਦੀ ਹਾਂ ਤੇ ਨਾਲ ਮੈਂ ਇਹ ਵੀ ਡਿਸਕਸ ਕਰਨਾ ਚਾਹੁੰਦੀ ਹਾਂ ਕਿ ਕੱਲ ਰਾਤ ਨੂੰ ਕੀ ਹੋਇਆ। ਜੇ ਤੁਸੀਂ ਬਿਟਕੋਇਨ ਦਾ ਪ੍ਰਾਈਸ ਫੋਲੋ ਕਰ ਰਹੇ ਹੋ ਤਾਂ ਤੁਸੀਂ ਵੇਖਿਆ ਹੋਣਾ ਉਹਦਾ ਪ੍ਰਾਈਸ ਇੱਕਦਮ ਤਾਂ ਨੂੰ ਚੜ੍ਹ ਕੇ ਥੱਲੇ ਡਿੱਗਿਆ ਤੇ ਕੀ ਕਾਰਨ ਸੀ ਉਹਦੇ ਪਿੱਛੇ ਉਹ ਵੀ ਵੇਖਦੇ ਹਾਂ ਤੇ ਲੈਟਸ ਸੀ ਕਿ ਤੁਹਾਡੇ ਇਹਦੇ ਬਾਰੇ ਕੀ ਥਾਟਸ ਨੇ। ਜੇ ਤੁਹਾਨੂੰ ਸੌਖਾ ਔਖਾ ਲੱਗਿਆ ਪਰ ਐਟਲੀਸਟ ਜੇ ਤੁਹਾਨੂੰ ਪਤਾ ਹੈ ਕਿ ਹੁਣ ਕੀ ਰੈਜ਼ਿਸਟੈਂਸ ਲੈਵਲ ਤੇ ਸਪੋਰਟ ਲੈਵਲ ਕੀ ਹੈ ਤੇ ਉਹਦਾ ਕੀ ਜਨਰਲ ਮੀਨਿੰਗ ਹੁੰਦਾ ਹੈ ਤੇ ਸ਼ਾਇਦ ਹੁਣ ਤੁਸੀਂ ਫॉर द ਨੈਕਸਟ ਕੁਝ ਦਿਨ ਜਿਵੇਂ ਜਿਵੇਂ ਬਿਟਕੋਇਨ ਦੇ ਪ੍ਰਾਈਸ ਵੱਧ ਰਿਹਾ ਚੇਂਜ ਹੋ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਹਾਂ ਰੈਜ਼ਿਸਟੈਂਸ ਲੈਵਲ ਉਹਨੇ ਕ੍ਰਾਸ ਕੀਤਾ, ਸਪੋਰਟ ਲੈਵਲ ਦੇ ਥੱਲੇ ਡਿੱਗਿਆ ਜਾਂ ਨਹੀਂ, ਮਤਲਬ ਸਟਰਗਲ ਕਰ ਰਿਹਾ ਹੁਣ ਤੇ ਉਹ ਤੁਸੀਂ ਐਟਲੀਸਟ ਉਹ ਲੈਵਲ ਦੀ ਤੁਸੀਂ ਸਾਈਕੋਲੋਜੀ ਸਮਝਣਾ ਸ਼ੁਰੂ ਕਰ ਸਕਦੇ ਹੋ, ਰਾਈਟ। ਸੋ ਲੈਟਸ ਗੈਟ ਸਟਾਰਟਡ। So guys, as you can see right now, ਹੁਣੇ ਮੈਂ ਇੱਕ ਬਿਟਕੋਇਨ ਦਾ ਚਾਰਟ ਖੋਲ੍ਹਿਆ ਹੋਇਆ ਹੈ। ਤੁਹਾਨੂੰ ਇਹ ਸਮਝਣ ਦੀ ਹੁਣੇ ਲੋੜ ਨਹੀਂ ਹੈਗੀ ਕਿ ਐਗਜ਼ੈਕਟਲੀ ਕੀ ਕਿੱਥੇ ਕਿਹੜੇ ਫੀਚਰ ਦਾ ਕੀ ਮੀਨਿੰਗ ਹੈਗਾ ਹੈ ਤੇ ਕਿਵੇਂ ਚਾਰਟ ਨੂੰ ਰੀਡ ਕਰਨਾ ਹੈ। ਦੈਟ ਬਿਕਮਸ ਅ ਲਿਟਲ ਬਿਟ ਟੈਕਨੀਕਲ ਤੇ ਆਮ ਸ਼ੋਰ ਜੇ ਡਿਮਾਂਡ ਕਾਫੀ ਹੈਗੀ ਜੇ ਤੁਸੀਂ ਸਾਰੇ ਕਾਫੀ ਸਿੱਖਣਾ ਚਾਹੁੰਦੇ ਹੋ ਤਾਂ ਆਮ ਸ਼ੋਰ ਵੀ ਕੈਨ ਮੇਕ ਦੈਟ ਹੈਪਨ ਐਜ਼ ਵੈਲ। ਬਟ ਫॉर ਨਾਓ ਲੈਟਸ ਲੁੱਕ ਐਟ ਪਿਛਲੇ 1 ਸਾਲ ਦਾ ਟ੍ਰੈਂਡ ਕਿਹੋ ਜਿਹਾ ਰਿਹਾ। So now guys you can see ਪਿਛਲੇ 1 ਸਾਲ ਦੇ ਵਿੱਚ what the graph has looked like ਤੇ ਮੈਂ ਤੁਹਾਨੂੰ ਜਿਵੇਂ ਕਿਹਾ ਕਿ the price has been around 9 to 10,000 ਤੇ 9 ਦੇ 10,000 ਦੇ ਰੇਂਜ ਦੇ ਵਿੱਚ ਹੀ ਬਿਟਕੋਇਨ ਉੱਤੇ ਥੱਲੇ ਹੁੰਦਾ ਰਿਹਾ ਹੈ as you can see ਤੇ ਜਿਵੇਂ ਐਕਸਪਰਟਸ ਐਨਾਲਿਸਿਸ ਉਹਨਾਂ ਨੇ ਕਿਹਾ ਹੈ ਕਿ golden ratio not golden ratio ਪਰ resistance level ਜਿਹੜਾ ਹੈਗਾ 9,500 ਤੇ ਹੈਗਾ ਤੇ ਜੇ ਉਹ 9,500 ਪੁਆਇੰਟ ਕ੍ਰਾਸ ਕਰਦੀ ਹੈ ਜਿੱਥੇ ਬਿਟਕੋਇਨ ਹਮੇਸ਼ਾ ਸਟਰਗਲ ਵਿਖਾਉਂਦੀ ਹੈ in the last 1 year ਤੇ it can be a very pivoting moment ਮਤਲਬ ਕੁਝ ਵੀ ਹੋ ਸਕਦਾ ਹੈ ਜਾਂ ਪ੍ਰਾਈਸ ਇੱਕਦਮ ਫਿਰ ਤੋਂ ਤਾਂ ਨੂੰ ਜਾ ਸਕਦਾ ਹੈ ਪਰ ਜੇ ਇੰਨੀ ਸਟਰੋਂਗ ਪੋਜੀਸ਼ਨ ਨਹੀਂ ਹੈਗੀ ਜੇ ਇੰਨਾ ਜ਼ਿਆਦਾ ਸਪੋਰਟ ਨਹੀਂ ਹੈਗੀ ਤੇ ਫਿਰ ਇੱਕਦਮ ਪ੍ਰਾਈਸ ਡਿੱਗ ਵੀ ਸਕਦਾ ਹੈ ਬੈਕ ਟੂ ਇਟਸ ਸਪੋਰਟ ਲੈਵਲ। ਤੇ ਹੁਣ ਗਾਇਜ਼ 21st of July ਨੂੰ ਕੀ ਹੋਇਆ ਕਿ ਬਿਟਕੋਇਨ ਨੇ 9,200 ਦੀ ਜਿਹੜੀ ਲਾਈਨ ਹੈ ਪ੍ਰਾਈਸ ਪੁਆਇੰਟ ਉਹ ਕ੍ਰਾਸ ਕੀਤੀ ਤੇ ਫਿਰ ਤੋਂ ਬਿਟਕੋਇਨ ਦੇ ਜਿਹੜੇ ਇੰਜਨ ਹੈ ਉਹ ਸ਼ੁਰੂ ਹੋ ਗਿਆ ਤੇ ਅਰਾਊਂਡ 2 ਦਿਨ ਪਹਿਲਾਂ ਬਿਟਕੋਇਨ ਦਾ ਹਾਈਐਸਟ ਰਿਕਾਰਡਡ ਪ੍ਰਾਈਸ ਰਿਕਾਰਡ ਕੀਤਾ ਗਿਆ ਜਿਹੜਾ ਇਸ ਸਾਲ ਦਾ ਹੈਗਾ which is 12,100 USD which is an incredible 31% increase। ਠੀਕ ਹੈ ਤੇ ਇਹ ਹੁਣੇ recently I think 2 ਹਫ਼ਤਿਆਂ ਪਹਿਲਾਂ ਹੀ ਕ੍ਰਾਸ ਹੋਇਆ just over 2 weeks which is the 9,200 mark ਤੇ ਗਾਇਜ਼ ਜਿਵੇਂ ਹੀ ਇੱਕਦਮ ਹੀ ਨਵਾਂ ਵੈਲਿਊ ਬਿਟਕੋਇਨ ਦੀ ਰਿਕਾਰਡ ਹੋਈ ਉਹਦੇ ਬਾਅਦ we got our first significant correction ਜਿਹੜੀ ਤੁਸੀਂ ਇੱਥੇ ਵੇਖ ਸਕਦੇ ਹੋ ਜਿੱਥੇ ਇੱਕਦਮ ਪ੍ਰਾਈਸ ਥੱਲੇ ਡਿੱਗਿਆ ਇਹਨੂੰ ਅਸੀਂ ਕਰੈਕਸ਼ਨ ਕਹੀਦਾ ਹੈ which means ਕਿ ਇੰਨੀ ਦੂਰ ਜੇ ਇੰਨੀ ਉੱਚੀ ਦੇ ਪ੍ਰਾਈਸ ਗਿਆ it's probably not a sustainable ਪੋਜੀਸ਼ਨ ਜਿੱਥੇ ਆਪਣੀ ਵੈਲਿਊ ਬਿਟਕੋਇਨ ਹੋਲਡ ਕਰ ਸਕਦੀ ਹੈ ਤੇ ਫਿਰ ਥੱਲੇ ਡਿੱਗੇਗਾ ਤਾਂ ਕਿ ਪ੍ਰਾਈਸ ਕਰੈਕਟ ਹੋ ਜਾਏ। ਠੀਕ ਹੈ ਤੇ ਇਹ ਪਹਿਲਾਂ ਅਸੀਂ ਬਹੁਤ ਵੱਡੀ ਕਰੈਕਸ਼ਨ 2020 ਦੀ ਪਹਿਲੀ ਵਾਰ ਅਸੀਂ ਵੇਖ ਰਹੇ ਹਾਂ ਤੇ ਜਿਹੜੀ ਇੱਕਦਮ ਸਟ੍ਰੇਟ ਅਵੇ ਆਫਟਰ ਦ ਫਰਸਟ ਅਸੀਂ ਪ੍ਰਾਈਸ ਜਿਹੜਾ ਨਿਊ ਹਾਈ ਰਿਕਾਰਡ ਕੀਤਾ ਇਸ ਸਾਲ ਦਾ ਉਹਦੇ ਬਾਅਦ ਆਈ ਹੈ ਤੇ ਕਰੈਕਸ਼ਨ ਵੀ ਬਹੁਤ ਸਿਗਨੀਫਿਕੈਂਟ ਸੀ। ਆਮ ਸ਼ੋਰ ਕੁਝ ਲੋਕਾਂ ਦਾ ਘਾਟਾ ਵੀ ਹੋਇਆ ਹੋਣਾ ਜੇ ਉਹਨਾਂ ਨੇ ਆਈ ਡੋਂਟ ਨੋ 11,500 USD ਤੇ ਜੇ ਖਰੀਦਿਆ ਹੋਏ ਜਾਂ 12,000 ਤੇ ਵੀ ਖਰੀਦਿਆ ਹੋਏ ਆਮ ਸ਼ੋਰ it's not ਘਾਟਾ it's not loss unless ਜੇ ਤੁਸੀਂ ਵੇਚ ਰਹੇ ਹੋ ਜੇ ਹੁਣ ਉਹ ਹੋਲਡ ਕਰਕੇ ਰੱਖਣ ਤੇ ਫਿਰ ਅੱਗੇ ਪ੍ਰਾਈਸ ਫਿਊਚਰ ਵਿੱਚ ਜਾਂਦਾ ਤੇ ਵੇਚਦੇ ਤੇ ਫਿਰ ਉਹਨਾਂ ਦਾ ਘਾਟਾ ਨਹੀਂ ਹੋਇਆ। ਠੀਕ ਹੈ ਤੇ ਬਟ ਸਟਿਲ ਆਮ ਸ਼ੋਰ ਕੁਝ ਲੋਕਾਂ ਨੇ ਬਹੁਤ ਮਹਿੰਗੇ ਪ੍ਰਾਈਸ ਤੇ ਖਰੀਦਿਆ ਹੋਣਾ ਤੇ ਇਨ ਅ ਮੈਟਰ ਆਫ ਮਿੰਟਾਂ ਦੇ ਵਿੱਚ ਆਈ ਥਿੰਕ ਓਵਰ $1 billion ਲਿਕੁਇਡੇਟ ਹੋਇਆ ਇਹ ਜਿਹੜੀ ਪੋਜੀਸ਼ਨ ਤੁਸੀਂ ਵੇਖ ਰਹੇ ਹੋ 15 ਮਿੰਟ ਦੇ ਵਿੱਚ। ਠੀਕ ਹੈ 15 ਮਿੰਟ ਦੇ ਵਿੱਚ the whole this long position got liquidated ਮਿੰਟਾਂ ਦੇ ਵਿੱਚ billions of I think over $1 billion liquidate ਹੋਇਆ ਤੇ ਜਿਹੜੀ ਨਵੀਂ ਹਾਈ
12,000 ਦੀ ਜਿਹੜੀ ਨਵੀਂ ਰਿਕਾਰਡ ਉਹਨਾਂ ਨੇ ਦਰਜ ਕੀਤਾ ਸੀ ਜਿਹਨੂੰ ਸੈਲੀਬ੍ਰੇਟ ਕਰ ਰਹੇ ਸੀ ਤੇ ਉਹ ਵਾਪਸ ਇੱਕਦਮ 10,500 ਤੇ ਪਹੁੰਚ ਗਿਆ ਫॉर ਮੋਸਟ ਆਫ ਦੀ ਐਕਸਚੇਂਜਸ ਔਰ ਪ੍ਰਾਈਸ 10,500 ਤੇ ਵਾਪਸ ਡਿੱਗ ਪਿਆ ਤੇ ਗਾਇਸ ਅਸੀਂ ਵੀਕਐਂਡ ਤੇ ਬਹੁਤ ਵੇਖਦੇ ਆ ਕਿ ਲਾਰਜ ਲਿਕੁਇਡੇਸ਼ਨਸ ਹੁੰਦੀਆਂ ਨੇ ਕ੍ਰਿਪਟੋ ਕਰੰਸੀ ਮਾਰਕੀਟ ਦੇ ਵਿੱਚ ਤੇ ਲਿਕੁਇਡੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਵੀ ਤੁਸੀਂ ਕਿਸੇ ਚੀਜ਼ ਨੂੰ ਹੋਲਡ ਕੀਤਾ ਹੋਇਆ ਹੈ ਕੋਈ ਬਿਜ਼ਨੈਸਿਸ ਵਿੱਚ ਪੈਸਾ ਪਾਇਆ ਹੋਇਆ ਹੈ ਕੋਈ ਵੀ ਪ੍ਰੋਸੈਸ ਜਿਹੜਾ ਹੈਗਾ ਜਿਹਦੇ ਵਿੱਚ ਤੁਹਾਡਾ ਪੈਸਾ ਹੈਗਾ ਯੂ ਬ੍ਰਿੰਗਿੰਗ ਦੈਟ ਪ੍ਰੋਸੈਸ ਟੂ ਐਨ ਐਂਡ ਤੇ ਜਿੰਨੇ ਵੀ ਇਹਦੇ ਵਿੱਚ ਐਸੈਟਸ ਵਗੈਰਾ ਹੈਗੇ ਨੇ ਮੰਨ ਲਓ ਇਨ ਦਿਸ ਕੰਟੈਕਸਟ ਕਿ ਤੁਸੀਂ ਬਿਟਕੋਇਨ ਦੇ ਵਿੱਚ ਪੈਸਾ ਪਾਇਆ ਹੋਇਆ ਹੈ ਤੇ ਜੇ ਤੁਸੀਂ ਇਹਨੂੰ ਲਿਕੁਇਡੇਟ ਕਰ ਰਹੇ ਹੋ ਇਹਦਾ ਮਤਲਬ ਹੁਣ ਤੁਸੀਂ ਬਿਟਕੋਇਨ ਨੂੰ ਵਾਪਸ ਆਪਣੀ ਕਰੰਸੀ ਦੇ ਵਿੱਚ ਕਨਵਰਟ ਕਰਕੇ ਆਪਣੇ ਬੈਂਕ ਦੇ ਵਿੱਚ ਪੈਸਾ ਪਾ ਰਹੇ ਹੋ ਜਿਹੜਾ ਤੁਸੀਂ ਪੈਸਾ ਹੁਣ ਯੂਜ਼ ਕਰ ਸਕਦੇ ਹੋ ਤੇ ਉਹਨੂੰ ਲਿਕੁਇਡੇਸ਼ਨ ਕਹਿੰਦਾ ਹੈ ਕਿ ਤੁਸੀਂ ਉਹ ਪ੍ਰੋਸੈਸਿਸ ਜਾਂ ਸ਼ੇਅਰਸ ਵਗੈਰਾ ਖਰੀਦੇ ਸੀ ਯੂ ਬ੍ਰਿੰਗਿੰਗ them ਟੂ ਐਨ ਐਂਡ ਤੇ ਤੁਸੀਂ ਹੁਣ ਪੈਸਾ ਉਹਨੂੰ ਵੇਚ ਕੇ ਪੈਸਾ ਵੰਡ ਰਹੇ ਹੋ ਭਾਵੇਂ ਤੁਹਾਡੇ ਬੈਂਕ ਵਿੱਚ ਕਿਸੇ ਹੋਰ ਦੇ ਜਾਂ ਮਲਟੀਪਲ ਲੋਕਾਂ ਦੇ ਵਿੱਚ ਤੇ ਉਹ ਲਿਕੁਇਡ ਹੋ ਰਿਹਾ ਪਰ ਗਾਇਸ ਮੈਂ ਇੱਕ ਗੱਲ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਪਿਛਲੇ 5 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਮੈਸ ਲਿਕੁਇਡੇਸ਼ਨਸ ਹੋਏ ਨੇ ਇਹ ਪਹਿਲਾ ਹੀ ਨਹੀਂ ਹੈਗਾ ਇਸ ਸਾਲ ਦੇ ਵਿੱਚ ਯੂਜੂਅਲੀ ਕੀ ਹੁੰਦਾ ਹੈ ਕਿ ਹਫਤੇ ਦੇ ਵਿੱਚ ਜਿਵੇਂ ਮਿਡਲ ਆਫ ਦ ਵੀਕ ਕੋਈ ਬਹੁਤ ਵੱਡੀ ਇੱਕ ਲਿਕੁਇਡੇਸ਼ਨ ਹੋਏਗੀ ਜਿਹੜੀ ਫਿਰ ਦੈਟ ਟ੍ਰਿਗਰਸ ਮੋਰ ਲਿਕੁਇਡੇਸ਼ਨਸ ਓਵਰ ਦ ਵੀਕਐਂਡ ਫਿਰ ਹੋਰ ਲੋਕੀ ਵੇਚਣਾ ਸ਼ੁਰੂ ਕਰ ਦਿੰਦੇ ਨੇ ਆਈ ਥਿੰਕ ਜਿਹੜੀ ਸਭ ਤੋਂ ਨੋਟੇਬਲ ਇਸ ਸਾਲ ਜਿਹੜੀ ਇੱਕ ਲਿਕੁਇਡੇਸ਼ਨ ਹੋਈ ਸੀ ਦੈਟ ਵਾਸ ਕਾਲਡ ਬਲੈਕ ਈਵਨ ਉਹ ਦਿਨ ਨੂੰ ਨਾਂ ਦੇ ਦਿੱਤਾ ਸੀ ਬਿਕੋਜ਼ ਇਟ ਵਾਸ ਦੈਟ painful so it was called Black Thursday ਜਿਹੜੀ ਮਾਰਚ 13 ਨੂੰ ਹੋਈ ਸੀ ਤੇ $1 billion worth of liquidations occurred ਤੇ ਸਿਮਿਲਰਲੀ ਮੇ 11th ਨੂੰ ਵੀ ਬਿਟਕੋਇਨ ਦਾ ਪ੍ਰਾਈਸ ਬਹੁਤ ਡਿੱਗ ਪਿਆ ਸੀ ਆਈ ਥਿੰਕ 8,000 USD ਤੱਕ ਡਿੱਗ ਪਿਆ ਸੀ which also resulted in a lot of mass liquidations ਮਤਲਬ ਬਹੁਤ ਸਾਰਾ ਜਿਹੜਾ ਪੈਸਾ ਐਕਸਚੇਂਜਸ ਤੋਂ ਨਿਕਲ ਕੇ ਬਿਟਕੋਇਨ ਚੋਂ ਨਿਕਲ ਕੇ ਵਾਪਸ ਲੋਕੀ ਉਹਨੂੰ ਲਿਕੁਇਡੇਟ ਕਰ ਰਹੇ ਨੇ ਆਪਣੇ ਬੈਂਕ ਅਕਾਊਂਟਸ ਦੇ ਵਿੱਚ ਪਾ ਰਹੇ ਨੇ ਪਰ ਗਾਇਸ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਟੈਕਨੀਕਲ ਐਨਾਲਿਸਿਸ ਦੇ ਵਿੱਚ ਬੜਾ ਹੈਲਦੀ ਟ੍ਰੈਂਡ ਹੁੰਦਾ ਹੈ ਜਿਹੜਾ ਅਸੀਂ ਮੰਨਿਆ ਹੈ ਕਿ ਜਿਹੜਾ ਕੋਈ ਰੈਜ਼ਿਸਟੈਂਸ ਲੈਵਲ ਹੁੰਦਾ ਹੈ ਉਹ ਸਟਰੋਂਗ ਜਿਹੜੀ ਕੋਈ ਰੈਜ਼ਿਸਟੈਂਸ ਲੈਵਲ ਜਿਹੜੀ ਬੜੀ ਸਟਰੋਂਗ ਹੈ ਬੜੇ ਟਾਈਮ ਤੋਂ ਜਿਵੇਂ ਸਾਡੇ ਲਈ ਹੁਣ 10,500 ਰੈਜ਼ਿਸਟੈਂਸ ਲੈਵਲ ਬੜੀ ਸਟਰੋਂਗ ਰਹੀ ਹੈ ਬੜੇ ਟਾਈਮ ਤੋਂ ਠੀਕ ਹੈ ਤੇ ਜਦੋਂ ਤੁਸੀਂ ਉਹਨੂੰ ਕ੍ਰਾਸ ਕਰ ਦਿਓ ਬੜੇ ਹੈਲਦੀ ਤਰੀਕੇ ਦੇ ਵਿੱਚ ਤੇ ਉਹੀ ਰੈਜ਼ਿਸਟੈਂਸ ਲੈਵਲ ਤੁਹਾਡੀ ਸਪੋਰਟ ਲੈਵਲ ਬਣ ਜਾਂਦੀ ਹੈ ਜਿਹੜਾ ਹੁਣੇ ਹੋਇਆ ਪਿਆ ਹੈ ਕਿ ਆਈ ਥਿੰਕ ਹੁਣ 10,500 ਇਹਦੀ ਸਪੋਰਟ ਲੈਵਲ ਹੈਗੀ ਅਸੀਂ ਚੈੱਕ ਕਰਾਂਗੇ ਲੈਟਸ ਹੈਵ ਅ ਲੁੱਕ ਤੇ ਇਨ ਐਨੀ ਕੇਸ ਬਿਟਕੋਇਨ ਨੇ ਫਿਰ ਵੀ ਰਿਕਵਰ ਕਰ ਲਿਆ ਸੀ ਤੇ ਵਾਪਸ 11,200 ਤੇ 300 ਦੀ ਰੇਂਜ ਦੇ ਵਿੱਚ ਆ ਗਿਆ ਸੀ ਤੇ ਐਜ਼ ਵੀ ਸਪੀਕ ਰਾਈਟ ਨਾਓ ਬਿਟਕੋਇਨ ਦਾ ਪ੍ਰਾਈਸ ਹੁਣੇ 1100 ਦੀ ਰੇਂਜ ਦੇ ਵਿੱਚ ਹੈਗਾ ਤੇ ਇਟ ਬਾਉਂਸ ਬੈਕ ਕੁਇਕਲੀ ਇਹਦਾ ਮਤਲਬ ਹੈ ਕਿ ਜਿਹੜੇ ਲੋਕੀ ਇੱਕਦਮ ਉਹਦਾ ਪ੍ਰਾਈਸ ਫੋਲੋ ਕਰ ਰਹੇ ਨੇ ਹੁਣੇ ਬਿਟਕੋਇਨ ਦਾ ਬੜੀ ਕਲੋਜ਼ਲੀ ਵੇਖ ਰਹੇ ਨੇ ਉਹਨਾਂ ਨੇ ਜਿਵੇਂ 1,000 ਦਾ ਡਿਪ ਵੇਖਿਆ ਉਹਨਾਂ ਨੇ ਫਟਾਫਟ ਹੋਰ ਲੈਣਾ ਸ਼ੁਰੂ ਕਰਤਾ ਤੇ ਉਹ ਫਿਰ 10,500 ਤੋਂ ਵਾਪਸ 11,200 300 ਦੀ ਰੇਂਜ ਦੇ ਵਿੱਚ ਆ ਗਿਆ ਹੁਣ ਇਹ ਜਿਹੜਾ ਬਹੁਤ ਵੱਡਾ ਪ੍ਰਾਈਸ ਉੱਤੇ ਤੇ ਫਿਰ ਇੱਕਦਮ ਥੱਲੇ ਡਿੱਗਿਆ ਬਿਟਕੋਇਨ ਦਾ ਇਹਦੇ ਨਾਲ ਹੁਣ ਇੱਕ ਨਵੀਂ ਰੈਜ਼ਿਸਟੈਂਸ ਲੈਵਲ ਜਿਹੜੀ ਹੈ ਫਾਰਮ ਹੋਈ ਹੈ ਅਕੋਰਡਿੰਗ ਟੂ ਟੈਕਨੀਕਲ ਐਨਾਲਿਸਿਸ ਬਾਈ ਅ ਲੋਟ ਆਫ ਟ੍ਰੇਡਰਸ ਜਿਹੜੀ 11,400 ਤੇ ਬੈਠੀ ਹੈ ਤੇ ਜੇ ਮਤਲਬ ਇਹ ਹੁਣ ਇਹ 11,400 ਨੰਬਰ ਹੁਣ ਜਿਹੜਾ ਇਹ ਵੇਖਣ ਵਾਲਾ ਹੈ ਇਟਸ ਦ ਰੈਜ਼ਿਸਟੈਂਸ ਲੈਵਲ ਜੇ ਹੁਣ ਬਿਟਕੋਇਨ ਇਹਦੇ ਉੱਤੋਂ ਪਹੁੰਚਦਾ ਹੈ ਇਹਦੇ ਉੱਤੋਂ ਜਾਂਦਾ ਹੈ then it can be two things it can be either a very pivoting situation ਇਹਦਾ ਮਤਲਬ ਇਹ ਹੈਗਾ ਹੈ ਕਿ 11,400 ਤੇ ਪਹੁੰਚ ਕੇ ਇੱਕਦਮ ਪਿਵਟ ਕਰ ਸਕਦੀ ਫਿਰ ਉੱਤੇ ਤਾਂ ਨੂੰ ਚੜ ਸਕਦੀ ਜਾਂ ਇੱਕਦਮ ਵਾਪਸ ਆਪਣੀ ਨਾਰਮਲ ਸਪੋਰਟ ਲੈਵਲ ਤੇ ਵਾਪਸ ਡਿੱਗ ਸਕਦੀ ਹੈ ਤੇ ਆਫਟਰ 11,400 the next ਮੇਜਰ ਜਿਹੜੀ ਰੈਜ਼ਿਸਟੈਂਸ ਹੈਗੀ ਹੈ ਉਹ 11,650 ਤੇ ਹੈਗੀ ਹੈ ਉਹਦੇ ਬਾਅਦ 11,800 ਤੇ ਇਹ ਜਿਹੜੀ 11,800 ਵਾਲੀ ਰੈਜ਼ਿਸਟੈਂਸ ਹੈ ਇਹ ਮਾਰਚ 2018 ਤੋਂ ਚੱਲ ਰਹੀ ਹੈ ਇਹ ਮਤਲਬ ਪ੍ਰਾਈਸ ਪੁਆਇੰਟ ਮਾਰਚ 2018 ਤੋਂ ਇੱਥੇ ਰੈਜ਼ਿਸਟੈਂਸ ਬਣੀ ਹੋਈ ਹੈ ਬਹੁਤ ਤੇ ਉਹਦੇ ਬਾਅਦ ਫਿਰ ਜਿਹੜਾ ਸਾਈਕੋਲੋਜੀਕਲ ਲੈਵਲ ਹੈਗਾ ਹੈ ਜਿਹੜਾ 12,100 ਦਾ ਜਿਹੜਾ ਯੈਸਟਰਡੇ ਕੱਲ ਜਿਹੜਾ ਪਹੁੰਚ ਗਿਆ ਸੀ which was the highest record for 2020 ਤੇ ਇਹ ਜਿਹੜੀਆਂ ਨੇ ਰੈਜ਼ਿਸਟੈਂਸ ਲੈਵਲਸ ਨੇ ਟੂ ਵਾਚ ਤੇ ਫਰੋਮ ਬਿਲੋ ਹੁਣ ਅਸੀਂ ਜੇ ਸਪੋਰਟ ਲੈਵਲ ਦੀ ਗੱਲ ਕਰਨੇ ਆ
ਤੇ ਰਾਈਟ ਨਾउ ਸਪੋਰਟ ਲੈਵਲ ਹੈਗੀ ਹੈ ਅਰਾਊਂਡ 11,100 ਤੇ, ठीक है। सो 11,100 to 11,000, ठीक है। सो दिस इज फॉलोड बाय 10,800 एंड 10,500 ਜਿਹੜੀ ਬਹੁਤ ਟਾਈਮ ਤੋਂ ਚੱਲ ਰਹੀ ਹੈ ਰੈਜ਼ਿਸਟੈਂਸ ਲੈਵਲ, ਜਿਹੜੀ ਹੁਣ ਸਪੋਰਟ ਲੈਵਲ ਬਣ ਗਈ ਹੈ। ਹੁਣ ਗਾਇਸ ਮੈਂ ਸਪੋਰਟ ਲੈਵਲ ਦੇ ਬਾਰੇ ਤੁਹਾਨੂੰ ਇੱਕ ਇਹ ਵੀ ਗੱਲ ਕਰਨਾ ਚਾਹੁੰਦੀ ਹਾਂ ਕਿ ਇਹਨੂੰ ਸੇਫ ਜ਼ੋਨ ਮੰਨਿਆ ਜਾਂਦਾ ਹੈ ਫॉर ਬਾਇੰਗ ਪਰਪਸਿਸ, ਕਿ ਜੇ ਜਿਹੜਾ ਸਪੋਰਟ ਲੈਵਲ ਹੈ ਤੁਸੀਂ ਜੇ ਇੱਥੇ ਥੱਲੇ ਵਾਪਸ ਬਿਟਕੋਇਨ ਡਿੱਗਦਾ ਹੈ, ਹੁਣ ਜੇ ਤੁਸੀਂ ਟਾਈਮਿੰਗ ਦਾ ਮੈਨੂੰ ਪੁੱਛ ਰਹੇ ਹੋ ਕਿ ਹੁਣੇ ਜਿਵੇਂ ਉੱਤੇ ਥੱਲੇ ਹੋ ਰਿਹਾ ਤੇ ਕਦੋਂ ਅਸੀਂ ਖਰੀਦੀਏ, ਸੋ ਵਾਟ ਅ ਲੋਟ ਆਫ ਟੈਕਨੀਕਲ ਟ੍ਰੇਡਰਸ ਡੂ ਕਿ ਜਦੋਂ ਉਹ ਪ੍ਰਾਈਸ ਹੁਣ ਜਿਵੇਂ ਸਪੋਰਟ ਲੈਵਲ ਤੇ ਡਿੱਗਦਾ ਹੈ, ਜੋ ਕਿ ਇੱਥੇ ਹੁਣੇ ਹੈਗਾ ਹੈ 11,000 ਤੇ 11,100 ਤੇ, ਫਿਰ 11,000, ਫਿਰ 10,800 ਤੇ ਫਿਰ 10,500 ਤੇ ਹੁਣ ਬੇਸਡ ਔਨ ਦਿਸ ਟੈਕਨੀਕਲ ਐਨਾਲਿਸਿਸ ਜਿਹੜੇ ਟ੍ਰੇਡਰਸ ਨੇ ਹੁਣ ਉਹ ਕੀ ਕਰਨਗੇ ਕਿ ਜੇ ਪ੍ਰਾਈਸ ਵਾਪਸ ਸਪੋਰਟ ਲੈਵਲ ਤੇ ਡਿੱਗਦਾ ਹੈ ਤੇ ਫਿਰ ਉਹ ਉਦੋਂ ਜਾ ਕੇ ਹੋਰ ਖਰੀਦਣਗੇ। ਤੇ ਹੁਣ ਮੰਨ ਲਓ ਜੇ ਪ੍ਰਾਈਸ ਰੈਜ਼ਿਸਟੈਂਸ ਲੈਵਲ ਤੇ ਹੈਗਾ ਹੈ, ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਸੀ 11,650, ਫਿਰ 11,800, ਫਿਰ 12,000, ਫਿਰ 12,100, ਇਹ ਲੈਵਲ ਤੇ ਮੋਸਟ ਲਾਈਕਲੀ ਟ੍ਰੇਡਰਸ ਨਹੀਂ ਖਰੀਦਣਗੇ, ਕਿਉਂਕਿ ਇਹ ਲੈਵਲ ਤੇ ਇਹ ਆਪਣੀ ਪੋਜੀਸ਼ਨ ਸਟੈਟਿਸਟਿਕਲੀ ਇਟਸ ਪ੍ਰੂਵਨ ਕਿ ਉਹ ਆਪਣੀ ਪੋਜੀਸ਼ਨ ਮੇਨਟੇਨ ਨਹੀਂ ਕਰ ਪਾਉਂਦਾ। ਸੋ ਮੋਸਟ ਲਾਈਕਲੀ ਉਹ ਇੱਥੇ ਨਹੀਂ ਆਪਣੀ ਇੱਥੇ ਨਹੀਂ ਵੇਚਣਗੇ ਰੈਜ਼ਿਸਟੈਂਸ ਲੈਵਲ ਤੇ, ਉਹ ਸਪੋਰਟ ਲੈਵਲ ਤੇ ਵੇਚਣਗੇ ਵਿਚ ਇਜ਼ ਅਰਾਊਂਡ ਜਿਵੇਂ ਤੁਹਾਨੂੰ ਦੱਸਿਆ 11,000 ਮਾਰਕ। ਸੋ ਦੈਟਸ ਵਨ ਥਿੰਗ ਦੈਟ ਆਈ ਵਾਂਟਡ ਟੂ ਮੈਂਸ਼ਨ ਕਿ ਇਹ ਬੜਾ ਹੀ ਸਟਰੋਂਗ ਇੰਡੀਕੇਟਰ ਹੁੰਦਾ ਹੈ, ਬਟ ਯੂ ਆਲਸੋ ਹੈਵ ਟੂ ਕੀਪ ਇਨ ਮਾਈਂਡ ਕਿ ਇਹ ਬੜਾ ਛੇਤੀ ਚੇਂਜ ਵੀ ਹੁੰਦਾ ਹੈ। ਸੋ ਤੁਸੀਂ ਜੇ ਹੁਣ ਮਾਰਕੀਟ ਬਹੁਤ ਛੇਤੀ ਚੇਂਜ ਹੋ ਰਹੀ ਹੈ ਤੇ ਸਪੋਰਟ ਲੈਵਲ ਤੇ ਰੈਜ਼ਿਸਟੈਂਸ ਲੈਵਲ ਉਹ ਵੀ ਛੇਤੀ ਚੇਂਜ ਹੁੰਦੇ ਰਹਿਣਗੇ ਵਿਦ ਦ ਮਾਰਕੀਟ। ਤੇ ਇਟਸ ਇੰਪੋਰਟੈਂਟ ਕਿ ਤੁਸੀਂ ਧਿਆਨ ਰੱਖੋ, ਤੁਸੀਂ ਨਜ਼ਰ ਰੱਖੋ ਕਿ ਕੀ ਉਹਦੇ ਪ੍ਰਾਈਸ ਸਪੋਰਟ ਲੈਵਲਸ ਤੇ ਰੈਜ਼ਿਸਟੈਂਸ ਲੈਵਲ ਹੈਗੇ ਨੇ। ਸੋ ਗਾਇਸ ਹੋਪਫੁਲੀ ਅੱਜ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ, ਤੇ ਜੇ ਤੁਹਾਨੂੰ ਤੁਹਾਡੇ ਲਈ ਹੁਣੇ ਵੀ ਬਹੁਤ ਟੈਕਨੀਕਲ ਲੱਗ ਰਿਹਾ ਤੁਹਾਨੂੰ, ਸੋ ਇਟਸ ਓਕੇ, ਇਟਸ ਨੋ ਪ੍ਰੋਬਲਮ। ਇੰਨਾ ਜ਼ਿਆਦਾ ਟੈਕਨੀਕਲ ਇੰਨੇ ਸਾਰੇ ਲੋਕੀ ਵੈਸੇ ਵੀ ਜਾਂਦੇ ਨਹੀਂ ਹੈਗੇ, ਇਹ ਬੜਾ ਕ੍ਰਿਪਟੋ ਇਟਸ ਅ ਵੈਰੀ ਟ੍ਰੇਡਿੰਗ ਫੋਕਸਡ ਸਕਿੱਲ। ਤੇ ਮੈਂ ਜਾਣਦੀ ਕਿ ਤੁਹਾਡਾ ਹੁਣ ਜਿਵੇਂ ਜਿਵੇਂ ਬਿਟਕੋਇਨ ਦਾ ਪ੍ਰਾਈਸ ਵਧਣਾ ਸ਼ੁਰੂ ਹੋ ਗਿਆ, ਤੁਹਾਡਾ ਇਹਦੇ ਵਿੱਚ ਇੰਟਰਸਟ ਵੀ ਵਧਣਾ ਸ਼ੁਰੂ ਹੋ ਗਿਆ ਹੈ ਕਿ ਅਸੀਂ ਕਿਵੇਂ ਡਿਫਰੈਂਟ ਟੌਪਿਕਸ ਦੇ ਬਾਰੇ ਸਮਝੀਏ। ਅਤੇ ਮੈਂ ਤੁਹਾਡੇ ਨਾਲ ਇੱਕ ਪਲੈਟਫਾਰਮ ਸਾਂਝਾ ਕਰਨਾ ਚਾਹੁੰਦੀ ਹਾਂ ਜਿਹੜਾ ਮੈਂ ਯੂਜ਼ ਕੀਤਾ ਹੈ, ਜਿਨ੍ਹਾਂ ਦਾ ਕੰਟੈਂਟ ਮੈਂ ਯੂਜ਼ ਕੀਤਾ ਹੈ ਆਪਣੀ ਇਹ ਵੀਡੀਓ ਬਣਾਉਣ ਲਈ ਰੈਜ਼ਿਸਟੈਂਸ ਤੇ ਸਪੋਰਟ ਲੈਵਲਸ ਲਈ। ਤੇ ਗਾਇਜ਼ ਇੰਡੀਅਨ ਐਕਸਚੇਂਜ ਹੈਗੀ ਹੈ, ਮੈਨੂੰ ਇਸ ਕਰਕੇ ਚੰਗੀ ਲੱਗੀ ਕਿਉਂਕਿ ਇਹਨਾਂ ਦਾ ਜਿਹੜਾ ਲਰਨਿੰਗ ਸੈਂਟਰ ਇਹਨਾਂ ਨੇ ਇਹਦੇ ਵਿੱਚ ਬੜਾ ਇਨਵੈਸਟ ਕੀਤਾ ਹੈ। ਇਹਨਾਂ ਦੇ ਟੌਪਿਕਸ ਇਹਨਾਂ ਨੇ ਬਹੁਤ ਸਾਰੇ ਚੰਗੇ ਲਿਖੇ ਹਨ, ਡਿਫਰੈਂਟ ਕੈਟੇਗਰੀਜ਼ ਹੈਗੀਆਂ ਨੇ ਤੇ ਲੋਕਲ ਨੇ, ਇੰਡੀਅਨ ਨੇ, ਤੇ ਇਹਦੇ ਵਿੱਚ ਤੁਸੀਂ ਫਿਰ ਇੰਡੀਅਨ ਦਾ ਜਿਹੜਾ ਲੀਗਲ ਸਾਈਡ ਹੈ ਉਹਨਾਂ ਦੀ ਪਲੇਟਫਾਰਮ ਦੇ ਉੱਤੇ ਉਹ ਵੀ ਵੇਖ ਸਕਦੇ ਹੋ। ਸੋ ਮੈਂ ਤੁਹਾਨੂੰ ਕੁਇਕਲੀ ਵਿਖਾਉਂਦੀ ਹਾਂ। So this is the portal dcxlearn.com ਤੇ ਇੱਥੇ ਆ ਕੇ if you just click on get started, different categories ਆਣਗੇ ਇਹਦੇ ਵਿੱਚ, ਜਿਵੇਂ blockchain, cryptocurrency, trading, security, economics, legal, so you feel free to check out ਕਿ ਕਿਹੜਾ ਕੈਟੇਗਰੀ ਤੁਸੀਂ ਵੇਖਣਾ ਚਾਹੁੰਦੇ ਹੋ। I think what I would recommend ਕਿ ਤੁਸੀਂ ਸਾਰੇ ਵੇਖੋ ਕਿਉਂਕਿ ਇਹਨਾਂ ਦੇ ਟੌਪਿਕ ਸਾਰੇ ਇੰਟਰੋਡਕਟਰੀ ਨੇ which is good, ਕਿਉਂਕਿ most of ਤੁਸੀਂ ਜਿਹੜੀ ਵੀਡੀਓ ਵੇਖ ਰਹੇ ਹੋ ਹੁਣ most of the people ਉਹ ਸਾਰੇ ਬੜੇ ਇੰਟਰੋਡਕਟਰੀ ਲੈਵਲ ਉਹਨਾਂ ਨੂੰ ਟੌਪਿਕਸ ਚਾਹੀਦੇ ਨੇ ਇਹਦੇ ਬਾਰੇ ਪੜ੍ਹਨ ਲਈ। ਤੇ ਜੇ ਤੁਸੀਂ ਓਬਵੀਅਸਲੀ ਇੰਗਲਿਸ਼ ਸਮਝ ਸਕਦੇ ਹੋ ਤੇ ਪੜ੍ਹ ਸਕਦੇ ਹੋ then I will definitely recommend this platform। ਤੇ ਲੈਟ ਮੀ ਨੋ ਹਾਊ ਯੂ ਗੋ। ਤੇ ਇਹਦੇ ਵਿੱਚ ਜੇ ਤੁਹਾਨੂੰ ਕੋਈ ਟੌਪਿਕ ਇੰਟਰਸਟਿੰਗ ਲੱਗਦਾ ਹੈ ਤੇ ਤੁਸੀਂ ਨਹੀਂ ਸਮਝ ਪਾਏ ਮੈਨੂੰ ਪਲੀਜ਼ ਪੁੱਛੋ, ਤੇ ਮੈਂ ਇਹਦੇ ਵਿੱਚ ਤੁਹਾਡਾ ਪੰਜਾਬੀ ਦਾ ਡੈਫੀਨੇਟਲੀ ਕੋਸ਼ਿਸ਼ ਕਰਾਂਗੀ ਮੈਂ ਕਿ ਇਹਨੂੰ ਟਰਾਂਸਲੇਟ ਕਰਕੇ ਤੁਹਾਨੂੰ ਸਮਝਾਵਾਂ, ਤੇ ਹੋਪਫੁਲੀ ਦੈਟ ਵੁੱਡ ਬੀ ਹੈਲਪਫੁਲ। ਸੋ ਗਾਇਜ਼ ਹੁਣ ਮੈਨੇ ਕੀ ਹੁੰਦਾ ਹੈ ਅਗਲੇ ਕੁਝ ਦਿਨਾਂ ਵਿੱਚ ਬਿਟਕੋਇਨ ਦੀ ਇੰਡਸਟਰੀ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਨੈਕਸਟ ਹੁਣੇ ਜਿਹੜੀ ਸਪੋਰਟ ਲੈਵਲ ਬਣੀ ਹੋਈ ਹੈ 11,000 ਤੇ ਜਿਹੜੀ ਰੈਜ਼ਿਸਟੈਂਸ ਲੈਵਲ ਹੈ ਉਹ 11,650 ਤੇ ਹੈਗੇ, ਫਿਰ 800 ਤੇ ਜੇ ਤੁਸੀਂ ਐਂਟਰੀ ਕਰਨਾ ਚਾਹੁੰਦੇ ਹੋ ਮੋਸਟ ਆਫ ਦ ਪੀਪਲ ਜਿਹੜੇ ਨੇ ਹੁਣ ਉਹ 11,000 ਜਾਂ ਫਿਰ ਜਦੋਂ 10,800 ਜਾਂ 10,500 ਤੋਂ ਡਿੱਗਦਾ ਹੈ। ਸੋ ਆਈ ਵੁੱਡ ਰეკਮੈਂਡ ਕਿ ਤੁਸੀਂ ਵੀ ਇਹ ਨੰਬਰਸ ਫੋਲੋ ਕਰੋ ਤੇ ਵੇਖੋ ਕਿ ਤੁਸੀਂ ਕਿੰਨਾ ਸਮਝਦੇ ਹੋ ਰੈਜ਼ਿਸਟੈਂਸ ਤੇ ਸਪੋਰਟ ਲੈਵਲਸ ਦੇ ਬਾਰੇ ਇਨ ਦ ਨੈਕਸਟ ਫੀw ਡੇਜ਼। ਤੇ ਗਾਇਜ਼ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਫਿਰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।